ਬਹੁਪੱਖੀ ਸ਼ਖਸੀਅਤ ਸ਼੍ਰੀ ਬਲਰਾਜ ਸਾਹਨੀ ਦਾ ਲਿਖਿਆ ਹੋਇਆ ਨਿਬੰਧ ਤੁਹਾਡੇ ਸਨਮੁਖ ਕਹਾਣੀ ਵਰਗਾ ਨਿਬੰਧ ਹੈ। ਅੱਥਰੂ। ਕਲਕੱਤੇ ਇੱਕ ਬੰਗਾਲੀ ਫਿਲਮ ਵਿੱਚ ਕੰਮ ਕਰਨ ਗਿਆ ਹੋਇਆ ਸਾਂ। ਕੱਲ੍ਹ ਹੀ ਮੁੜਿਆ ਹਾਂ। ਜ਼ੁਬਾਨ ਚੰਗੀ ਤਰ੍ਹਾਂ ਨਾ ਆਉਂਦੀ ਹੋਵੇ ਤਾਂ ਕੰਮ ਬਹੁਤ ਔਖਾ ਹੋ ਜਾਂਦਾ ਹੈ। ਬੜਾ ਥੱਕਿਆ ਹੋਇਆ ਹਾਂ। ਅੱਜ ਸਵੇਰੇ ਥਕਾਵਟ ਮਾਰਿਆ ਬਿਸਤਰੇ ਤੋਂ ਉੱਠਿਆ ਨਹੀਂ ਸੀ ਜਾਂਦਾ। ਚਾਹ ਦੀ ਪਿਆਲੀ ਪੀਂਦਾ ਅਖਬਾਰ ਵੇਖ ਰਿਹਾ ਸਾਂ। ਨੌਕਰ ਨੇ ਆ ਕੇ ਦੱਸਿਆ, ਬਾਹਰ ਇੱਕ ਮੁੰਡਾ ਤੁਹਾਨੂੰ ਮਿਲਣ ਆਇਆ ਹੋਇਆ ਹੈ। ਮਾਲੂਮ ਹੁੰਦਾ ਹੈ ਪੈਸੇ ਮੰਗੇਗਾ। ਮੈਂ ਉਸਨੂੰ ਕਿਹਾ, ਟਾਲ ਦੇ ਸੂ। ਹਾਲਾਂ ਪੂਰੀ ਤਰ੍ਹਾਂ ਤਿਆਰ ਵੀ ਨਹੀਂ ਸੀ ਹੋਇਆ ਕਿ ਅਗਾਂ ਤੁਕਾਂ ਦਾ ਤੰਤਾ ਵੱਜ ਗਿਆ, ਜਿਸ ਤੋਂ ਹਰ ਫਿਲਮ ਸਟਾਰ ਦੀ ਬੀਵੀ ਬੇਜ਼ਾਰ ਰਹਿੰਦੀ ਹੈ। ਪਹਿਲਾਂ ਇੱਕ ਪ੍ਰੋਡਿਊਸਰ ਆਇਆ। ਅੱਧਾ ਕੁ ਘੰਟਾ ਉਸਨੇ ਜ਼ਾਇਆ ਕੀਤਾ। ਜਦੋਂ ਮੈਂ ਬੰਬਈ ਦੀਆਂ ਸੜਕਾਂ ਉੱਪਰ ਇੱਕ ਪੈਸੇ ਲਈ ਮੁਹਤਾਜ ਫਿਰਦਾ ਸਾਂ, ਉਸ ਨੂੰ ਮੇਰੀ ਅਭਿਨੈ ਕਲਾ ਦਾ ਜਾਂ ਇਸ ਗੱਲ ਦਾ ਕਿ ਅਸੀਂ ਕਾਲਜ ਦੇ ਜ਼ਮਾਨੇ ਵਿੱਚ ਮਿੱਤਰ ਸਾਂ ਕੋਈ ਪਾਜ ਨਹੀਂ ਸੀ। ਪਰ ਹੁਣ ਉਹ ਮੈਨੂੰ ਭਰਾਵਾਂ ਤੋਂ ਵੀ ਵੱਧ ਪਿਆਰਦਾ ਅਤੇ ਸਤਿਕਾਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਮੈਂ ਜ਼ਰੂਰ ਪਹਿਲੇ 7 ਦਿਨ ਉਸ ਦੀ ਪਿਕਚਰ ਵਿੱਚ ਮੁਫਤ ਕੰਮ ਕਰਨ ਲਈ ਰਾਜ਼ੀ ਹੋ ਜਾਵਾਂਗਾ। ਇਸ ਦੌਰਾਨ ਉਹ ਡਿਸਟਰੀਬਿਊਟਰਾਂ ਨਾਲ ਆਪਣਾ ਬਿਜ਼ਨਸ ਪੱਕਾ ਕਰ ਲਵੇਗਾ ਅਤੇ ਬਾਅਦ ਵਿੱਚ ਮੇਰੀ ਪੂਰੀ ਫੀਸ ਫਿਲਮ ਬਣਨ ਦੇ ਦੌਰਾਨ ਹੀ ਮਿਲ ਜਾਏਗੀ। ਥੋੜ੍ਹੀ ਦੇਰ ਬਾਅਦ ਇੱਕ ਹੋਰ ਸੱਜਣ ਤਸ਼ਰੀਫ ਲੈ ਆਏ। ਅੱਜ ਐਤਵਾਰ ਹੈ। ਜ਼ੂਹੂ ਅਤੇ ਪਰਿਵਾਰ ਸਹਿਤ ਪਿਕਨਿਕ ਕਰਨ ਆਏ ਹਨ। ਉਹਨਾਂ ਨੂੰ ਇੱਕ ਛੁਰੀ ਚਾਹੀਦੀ ਸੀ। ਪਿਕਨਿਕ ਤੋਂ ਬਾਅਦ ਵਾਪਸ ਦੇ ਜਾਣਗੇ, ਪਰ ਛੁਰੀ ਲੈ ਕੇ ਵਿਦਾ ਹੋਣ ਵਿੱਚ ਵੀ ਉਹਨਾਂ ਨੂੰ ਅੱਧਾ ਘੰਟਾ ਲੱਗ ਗਿਆ। 11 ਕੁ ਵੱਜ ਗਏ ਹੋਣਗੇ ਜਦੋਂ ਮੈਨੂੰ ਨਿਜਾਤ ਮਿਲੀ। ਮੈਂ ਦਰਵਾਜ਼ਾ ਬੰਦ ਕੀਤਾ ਅਤੇ ਨੌਕਰ ਨੂੰ ਬੁਲਾਇਆ, ਇਹ ਕਹਿਣ ਲਈ ਕਿ ਹੁਣ ਜੋ ਵੀ ਆਵੇ ਉਸ ਨੂੰ ਆਖ ਦੇਵੇ ਕਿ ਮੈਂ ਘਰ ਨਹੀਂ ਹਾਂ। ਅਚਾਨਕ ਬਾਰੀ ਵਿੱਚੋਂ ਬਾਹਰ ਨਜ਼ਰ ਪਈ। ਛੱਜੇ ਹੇਠ ਅੱਥਰੂ ਭਰੀਆਂ 2 ਅੱਖਾਂ ਮੇਰੇ ਵੱਲ ਪਾਟ ਕੇ ਵੇਖ ਰਹੀਆਂ ਸਨ। ਅੰਦਾਜ਼ਾ ਕੀਤਾ ਉਹ ਮੁੰਡਾ ਹੋਵੇਗਾ ਜਿਸ ਬਾਰੇ ਨੌਕਰ ਨੇ ਸਵੇਰੇ ਦੱਸਿਆ ਸੀ। 3 ਘੰਟੇ ਹੋ ਗਏ ਸੂ ਇੱਥੇ ਬੈਠਿਆਂ। ਪੱਕਾ ਢੀਠ ਮਾਲੂਮ ਹੁੰਦਾ ਹੈ। ਕਈ ਤਾਂ ਦਿਨੇ ਰਾਤੀ ਪਹਿਰਾ ਦੇਣ ਲੱਗ ਪੈਂਦੇ ਹਨ। ਟਲਦੇ ਨਹੀਂ। ਕਿਸੇ ਦਾ ਬਟੂਆ ਚੋਰੀ ਹੋ ਗਿਆ, ਕਿਸੇ ਦੀ ਮਾਂ ਬਿਮਾਰ ਹੈ, ਵਤਨ ਜਾਣ ਲਈ ਪੈਸੇ ਚਾਹੀਦੇ ਹਨ। ਕੁਝ ਪਤਾ ਨਹੀਂ ਚੱਲਦਾ ਕਿਹੜਾ ਸੱਚਾ ਕਿਹੜਾ ਝੂਠਾ ਹੈ। ਉਹੀ ਫਿਲਮ ਸਟਾਰ ਚੈਨ ਨਾਲ ਬੈਠ ਸਕਦੇ ਹਨ ਜਿਨ੍ਹਾਂ ਨੇ ਫਾਟਕ 'ਤੇ ਦਰਬਾਨ ਖੜ੍ਹੇ ਕੀਤੇ ਹੋਣ ਜਾਂ ਰਾਹ ਜਾਂਦਿਆਂ ਨੂੰ ਭੈ-ਭੀਤ ਕਰਨ ਵਾਲਾ ਕੁੱਤਾ ਪਾਲਿਆ ਹੋਵੇ। ਪਰ ਮੁੰਡੇ ਨੇ ਮੈਨੂੰ ਵੇਖ ਲਿਆ ਹੈ। ਹੁਣ ਮਿਲੇ ਬਗੈਰ ਚਾਰਾ ਨਹੀਂ। ਮੈਂ ਦਰਵਾਜ਼ਾ ਖੋਲ੍ਹਿਆ। ਉਹ ਕੋਲ ਆਇਆ। ਗੋਰਾ ਜਿਹਾ ਮੁੰਡਾ 17-18 ਵਰ੍ਹਿਆਂ ਦਾ ਹੋਵੇਗਾ। ਹੱਥ ਬੰਨ੍ਹ ਕੇ ਬੋਲਿਆ, ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਪਾਪਾ ਜੀ। ਬਿਲਕੁਲ ਪਿੰਡੀ ਦੀ ਬੋਲੀ। ਮੈਂ ਅੰਦਰੋਂ ਥੋੜ੍ਹਾ ਜਿਹਾ ਪਿਘਲ ਗਿਆ, ਪਰ ਫਿਰ ਰੋਕਿਆ ਆਪਣੇ ਆਪ ਨੂੰ। ਕਠੋਰਤਾ ਨਾਲ ਕਿਹਾ, ਦੇਖੋ ਜੀ, ਮੈਂ ਇਸ ਵੇਲੇ ਉੱਕੀ ਕੋਈ ਪੈਸੇ ਦੀ ਮਦਦ ਨਹੀਂ ਕਰ ਸਕਦਾ। ਮੈਂ ਪੈਸੇ ਮੰਗਣ ਨਹੀਂ ਆਇਆ ਪਾਪਾ ਜੀ। ਕੋਲੀਵਾਡਾ ਕੈਂਪ ਦੇ ਮੰਦਰ ਵਿੱਚ ਮੈਂ ਭਜਨ ਗਾਉਂਦਾ ਵਾਂ ਅਤੇ ਪੰਡਤ ਮੈਨੂੰ ਦੋਵੇਂ ਵੇਲੇ ਰੋਟੀ ਖਵਾ ਦਿੰਦਾ ਏ। ਪੈਸੇ ਨਹੀਂ ਚਾਹੀਦੇ ਤਾਂ ਫਿਰ ਹੋਰ ਕੀ ਚਾਹੀਦਾ ਹੈ? ਮੈਨੂੰ ਕਿਧਰੇ ਕੰਮ ਲਵਾ ਦਿਓ ਪਾਪਾ ਜੀ। ਫਿਰ ਅੱਖਾਂ ਵਿੱਚੋਂ ਟੱਪ ਅੱਥਰੂ। ਮੈਂ ਫਾਊਂਟੇਨ ਪੈੱਨ ਵੇਚਦਾ ਹੁੰਦਾ ਸਾਂ। ਮੇਰੀ ਜੇਬ ਕਤਰੀ ਗਈ ਹੈ। 60 ਰੁਪਏ ਕਿਸੇ ਕੱਢ ਲਏ ਨੇ। ਇੰਜ ਮਾਲੂਮ ਹੁੰਦਾ ਹੈ ਕਿ ਰਾਹ ਟੁਰਦਿਆਂ ਅਮੀਰਾਂ ਦੀ ਬਨਿਸਬਤ ਜੇਬਾਂ ਵੀ ਗਰੀਬਾਂ ਦੀਆਂ ਹੀ ਜ਼ਿਆਦਾ ਕੱਟੀਆਂ ਜਾਂਦੀਆਂ ਹਨ। ਫਿਰ ਮੈਂ ਕੀ ਕਰਾਂ ਭਰਾ? ਮੈਂ ਆਖਿਆ, ਇੱਥੇ ਹਰ ਰੋਜ਼ 4-5 ਆਦਮੀ ਆ ਜਾਂਦੇ ਨੇ ਜਿਨ੍ਹਾਂ ਦੀਆਂ ਜੇਬਾਂ ਕੱਟੀਆਂ ਹੁੰਦੀਆਂ ਨੇ। ਮੈਂ ਕਿਸ ਦੀ ਮਦਦ ਕਰਾਂ? ਤੈਨੂੰ ਅੰਦਾਜ਼ਾ ਨਹੀਂ ਇੱਥੇ ਹਰ ਰੋਜ਼ ਕਿਤਨੇ ਆਦਮੀ ਆਉਂਦੇ ਹਨ। ਅੱਛਾ ਜ਼ਰਾ ਠਹਿਰ। ਇਹ ਕਹਿ ਕੇ ਮੈਂ ਅੰਦਰ ਆ ਗਿਆ। ਉਸ ਦੀ ਪਿੰਡੀ ਵਾਲੀ ਬੋਲਚਾਲ ਨੇ ਮੇਰਾ ਦਿਲ ਫਿਰ ਪਿਘਲਾਉਣਾ ਸ਼ੁਰੂ ਕਰ ਦਿੱਤਾ। ਸੋਚਿਆ 20 ਰੁਪਏ ਦੇ ਦਿਆਂ ਸੋ ਫਿਰ ਨਵੇਂ ਸਿਰੇ ਤੋਂ ਫਾਊਂਟੇਨ ਪੈਨਾਂ ਦਾ ਕੰਮ ਸ਼ੁਰੂ ਕਰ ਦੇਵੇਗਾ।
ਕੁਝ ਨਾ ਕੁਝ ਮਦਦ ਤਾਂ ਇਸ ਮੁੰਡੇ ਦੀ ਜ਼ਰੂਰ ਕਰਨੀ ਚਾਹੀਦੀ ਹੈ। ਕੋਲੀਵਾਡਾ ਕੈਂਪ ਦੇ ਮੰਦਰ ਵਿੱਚ ਇਹ ਭਜਨ ਗਾਉਂਦਾ ਹੈ। ਨਾਨਕ ਸਿੰਘ ਨਾਵਲਿਸਟ ਨੇ ਆਪਣੀ ਆਪ ਬੀਤੀ ਵਿੱਚ ਲਿਖਿਆ ਹੈ ਕਿ ਨਿੱਕੀ ਉਮਰੇ ਉਸ ਨੂੰ ਵੀ ਗੁਰਮੰਦਰ ਵਿੱਚ ਭਜਨ ਗਾਉਣ ਦਾ ਸ਼ੌਕ ਸੀ। ਉਦੋਂ ਨਾਨਕ ਸਿੰਘ ਹੰਸਰਾਜ ਸੀ। ਮੈਂ ਨਿੱਕੇ ਹੁੰਦਿਆਂ ਆਰੀਆ ਸਮਾਜ ਵਿੱਚ ਭਜਨ ਗਾਉਂਦਾ ਹੁੰਦਾ ਸਾਂ। ਹੰਸਰਾਜ ਤੇ ਬਲਰਾਜ ਵਾਂਗ ਇਹ ਮੁੰਡਾ ਵੀ ਪਿੰਡੀ ਪਿਸ਼ੌਰ ਦੇ ਪਾਸੇ ਦਾ ਹੈ। ਪਤਾ ਨਹੀਂ ਕੀ ਨਾਂ ਹੈ ਉਸਦਾ। ਮੈਨੂੰ ਕੋਲੀਵਾਡਾ ਕੈਂਪ ਵਿੱਚ ਜਾ ਕੇ ਵੇਖਣਾ ਚਾਹੀਦਾ ਹੈ। ਉੱਥੇ 1000 ਪਿੰਡੀ ਪਿਸ਼ੌਰ ਵਾਲੇ ਆ ਕੇ ਬਸੇ ਹੋਏ ਹੋਣਗੇ। ਬੰਬਈ ਵਿੱਚ ਪੰਜਾਬੀਆਂ ਦੀ ਕੋਈ ਸਾਂਝੀ ਸੰਸਥਾ ਹੋਣੀ ਚਾਹੀਦੀ ਹੈ, ਮਜ਼ਹਬੀ ਤਫਰਕੇ ਤੋਂ ਆਜ਼ਾਦ ਹੋ ਕੇ ਮੁਸੀਬਤ ਜ਼ਦਾ ਪੰਜਾਬੀਆਂ ਦੀ ਮਦਦ ਕਰੇ। ਸਿੰਧੀਆਂ ਨੇ ਕੈਸੀਆਂ ਸੋਹਣੀਆਂ ਸੁਸਾਇਟੀਆਂ ਬਣਾਈਆਂ ਹੋਈਆਂ ਹਨ। ਉਸ ਦਿਨ ਜੈਪੁਰ ਦੇ ਇੱਕ TB ਸੈਨੇਟੋਰੀਅਮ ਵਿੱਚੋਂ ਇੱਕ ਸਿੰਧੀ ਮੁੰਡੇ ਦਾ ਖਤ ਆਇਆ ਸੀ। ਉਸ ਲਿਖਿਆ ਸੀ, ਮੇਰੇ ਬਿਮਾਰ ਹੋ ਜਾਣ ਨਾਲ ਮੇਰੀ ਮਾਂ ਨੂੰ ਕਮਾ ਕੇ ਖਵਾਉਣ ਵਾਲਾ ਕੋਈ ਨਹੀਂ ਰਿਹਾ। ਜਿੱਥੋਂ ਤੱਕ ਇਹ ਚਿੰਤਾ ਮੈਨੂੰ ਲੱਗੀ ਹੋਈ ਸੀ, ਮੈਨੂੰ ਕਿਵੇਂ ਦਵਾਈਆਂ ਫਾਇਦਾ ਕਰ ਸਕਦੀਆਂ ਹਨ। ਮੈਂ ਮੁੰਡੇ ਦਾ ਖਤ ਬੰਬਈ ਦੇ ਇੱਕ ਸਿੰਧੀ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਅਡਵਾਨੀ ਨੂੰ ਭੇਜਿਆ ਸੀ। ਉਹਨਾਂ ਨੇ 3 ਸਿੰਧੀ ਸੁਸਾਇਟੀਆਂ ਦੇ ਪਤੇ ਮੈਨੂੰ ਭੇਜੇ ਅਤੇ ਇਹਨਾਂ ਸੁਸਾਇਟੀਆਂ ਨੇ ਫੌਰਨ ਮੁੰਡੇ ਬਾਰੇ ਤਹਿਕੀਕਾਤ ਕਰਕੇ ਉਸ ਦੀ ਮਦਦ ਕਰਨ ਦਾ ਇਕਰਾਰ ਕੀਤਾ। ਬੰਬਈ ਦੇ ਪੰਜਾਬੀਆਂ ਨੇ ਕੋਈ ਐਸੀ ਅੰਜੁਮਨ ਨਹੀਂ ਬਣਾਈ। ਉਹ ਆਰੀਆ ਸਮਾਜ ਬਣਾਉਂਦੇ ਹਨ, ਸਨਾਤਨ ਧਰਮ ਸਭਾ ਦਾ ਮੰਦਰ ਜਾਂ ਗੁਰਦੁਆਰਾ ਬਣਾਉਂਦੇ ਹਨ ਅਤੇ ਫਿਰ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੰਦੇ ਹਨ। ਕਿਉਂ ਨਾ ਇਸ ਕੁਰੀਤ ਨੂੰ ਬਦਲਣ ਲਈ ਹੱਥ ਪੈਰ ਹਿਲਾਇਆ ਜਾਵੇ। ਇਸ ਬਾਰੇ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਇਸ ਗੱਲ ਦਾ ਜ਼ਿਕਰ ਛੇੜਾਂਗਾ। ਫੌਲਾਦੀ ਅਲਮਾਰੀ ਨੂੰ ਚਾਬੀ ਘੁਮਾ ਕੇ ਖੋਲ੍ਹਦਿਆਂ ਖਿਆਲਾਂ ਨੇ ਫਿਰ ਪਲਟਾ ਖਾਧਾ। 10 ਵੀ ਕੋਈ ਨਹੀਂ, 2 ਰੁਪਈਏ ਦੇ ਕੇ ਵਿਦਾ ਕਰਾਂਗਾ ਇਸ ਨੂੰ। ਦੇਸ਼ ਦੀ ਭੁੱਖ ਨੰਗ ਦੂਰ ਕਰਨ ਦਾ ਕੰਮ ਸਰਕਾਰ ਦਾ ਹੈ, ਨਾ ਇੱਕ ਇਕੱਲਾ ਵਿਅਕਤੀ ਅਤੇ ਨਾ ਸਭਾ ਸੁਸਾਇਟੀਆਂ ਕੋਈ ਵੱਡੀ ਮਦਦ ਕਰ ਸਕਦੀਆਂ ਹਨ। ਦਾਨ ਦੇਣ ਨਾਲ ਕੋਈ ਸਵਾਲ ਹੱਲ ਨਹੀਂ ਹੁੰਦੇ। ਜੇ 2 ਪੈਸੇ ਜੋੜਨ ਅਤੇ ਇਸ ਰੋਜ਼ੀ ਰੋਟੀ ਕਮਾਉਣ ਦੀ ਗੁਲਾਮੀ ਤੋਂ ਆਜ਼ਾਦ ਹੋ ਕੇ ਕੋਈ ਮਨਪਸੰਦ ਸਾਹਿਤਕ ਕੰਮ ਕਰਨ ਦਾ ਇਰਾਦਾ ਹੈ ਤਾਂ ਕਮੀਨਗੀ ਅਖਤਿਆਰ ਕਰਨੀ ਪਏਗੀ। ਹਾਲਾਂ ਪਿਛਲੇ ਮਹੀਨੇ ਤਾਂ ਉਹ ਹੈਦਰਾਬਾਦੀ ਮੁਸਲਿਮ ਮੁੰਡੇ ਦਾ ਇਲਾਜ ਕਰਾਉਣ ਅਤੇ ਉਸ ਨੂੰ ਘਰ ਭਿਜਵਾਉਣ ਵਿੱਚ 200 ਰੁਪਏ ਖਰਚ ਹੋ ਗਏ ਸਨ। ਜਦੋਂ ਖੁਦ ਆਪਣੇ ਕੋਲ ਕੁਝ ਨਹੀਂ ਹੋਵੇਗਾ ਤਾਂ ਫਿਰ ਕਿਸ ਕੋਲ ਮੰਗਣ ਜਾਵਾਂਗੇ। ਇਸ ਵੇਲੇ ਮੈਂ ਮਸ਼ਹੂਰ ਕਲਾਕਾਰ ਹਾਂ। ਆਪਣੇ ਆਪ ਨੂੰ ਨਿਯਮ ਵਿੱਚ ਢਾਲਣਾ ਪਏਗਾ। ਵਕਤ ਦੀ ਵੀ ਅਤੇ ਪੈਸੇ ਦੀ ਵੀ ਕਦਰ ਕਰਨੀ ਪਏਗੀ। ਫਿਲਮੀ ਕਾਮਯਾਬੀ ਪਤਾਸਿਆਂ ਦੀ ਬਾਰਿਸ਼ ਵਾਂਗ ਹੈ, ਇਸ ਦਾ ਕੋਈ ਵਸਾ ਨਹੀਂ। ਮੈਂ 4 ਰੁਪਈਏ ਕੱਢ ਕੇ ਬਾਹਰ ਆਇਆ। ਮਹਿਸੂਸ ਹੋਇਆ ਜਿਤਨਾ ਆਦਮੀ ਵੱਡਾ ਹੋ ਜਾਂਦਾ ਹੈ ਉਤਨਾ ਹੀ ਕਮੀਨਾ ਹੋ ਜਾਂਦਾ ਹੈ। ਦੁਨੀਆ ਦੀਆਂ ਤਮਾਮ ਵੱਡੀਆਂ ਵੱਡੀਆਂ ਹਸਤੀਆਂ ਬਾਰੇ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਬੜਾ ਡਿਸਿਪਲਿਨ ਸੀ। ਉਹ ਕਦੇ 1 ਮਿੰਟ ਵੀ ਜ਼ਾਇਆ ਨਹੀਂ ਸਨ ਕਰਦੇ। ਆਪਣੀ ਦਿਨਚਰਿਆ ਨੂੰ ਬੜੀ ਦ੍ਰਿੜਤਾ ਨਾਲ ਨਿਭਾਉਂਦੇ ਸਨ। ਸਕੂਲਾਂ ਵਿੱਚ ਸਾਨੂੰ ਪੜ੍ਹਾਇਆ ਗਿਆ ਸੀ ਕਿ ਇਸੇ ਸਿਫਤ ਕਰਕੇ ਉਹ ਜ਼ਿੰਦਗੀ ਵਿੱਚ ਅੱਗੇ ਵਧ ਗਏ ਸਨ। ਵੱਡੇ ਲੋਕਾਂ ਦੀ ਇਹ ਸਿਫਤ ਛੋਟਿਆਂ ਉੱਪਰ ਬੜਾ ਪ੍ਰਭਾਵ ਪਾਉਂਦੀ ਹੈ। ਪਰ ਦਰਅਸਲ ਇਸ ਕਿਸਮ ਦਾ ਸਵੈ ਸੰਜਮ ਸੁਆਰਥ ਦੀ ਨਿਸ਼ਾਨੀ ਨਹੀਂ। ਜਿਹੜਾ ਸਮਾਜ ਛੋਟਿਆਂ ਅਤੇ ਵੱਡਿਆਂ ਵਿੱਚ ਵੰਡਿਆ ਹੋਵੇ, ਉਸ ਵਿੱਚ ਛੋਟੇ ਆਪਣੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਵੱਡਿਆਂ ਵੱਲ ਨੱਠਦੇ ਹਨ ਅਤੇ ਇਸ ਹਮਲੇ ਤੋਂ ਬਚਣ ਲਈ ਵੱਡੇ ਆਪਣੇ ਆਲੇ ਦੁਆਲੇ ਸਵੈ ਸੰਜਮ ਦੀ ਦੀਵਾਰ ਖੜ੍ਹੀ ਕਰ ਲੈਂਦੇ ਹਨ ਤਾਂ ਜੋ ਉਹਨਾਂ ਦੇ ਦਇਆ ਭੰਡਾਰ ਵਿੱਚੋਂ ਛੋਟੇ ਸਾਰਾ ਕੁਝ ਕੱਢ ਕੇ ਹੀ ਨਾ ਲੈ ਜਾਣ। ਸਵੈ ਸੰਜਮੀ ਬਣਨ ਦੀ ਤੌਫੀਕ ਹੀ ਵੱਡੇ ਨੂੰ ਹੈ, ਛੋਟੇ ਨੂੰ ਇਹ ਤੌਫੀਕ ਕਿੱਥੋਂ। ਮੈਂ ਬਾਹਰ ਆਇਆ। ਮੈਂ ਰੁਪਈਏ ਉਸਦੇ ਹੱਥ ਵਿੱਚ ਦਿੱਤੇ ਅਤੇ ਕਿਹਾ, ਇਹ 4 ਰੁਪਈਏ ਲੈ ਲਓ ਜੀ। ਨੌਕਰੀ ਨੂਕਰੀ ਦੀ ਉਮੀਦ ਮੇਰੇ ਕੋਲੋਂ ਨਾ ਰੱਖੋ। ਮੁੰਡਾ ਕਹਿਣ ਲੱਗਾ, ਮੈਨੂੰ ਬੜੀ ਸ਼ਰਮ ਪਈ ਆਉਂਦੀ ਏ ਪਾਪਾ ਜੀ। ਤੁਹਾਨੂੰ ਸੱਚ ਦੱਸਾਂ, ਮੈਂ 2 ਵਾਰੀ ਪਹਿਲੇ ਵੀ ਤੁਹਾਡੇ ਘਰ ਦਾ ਚੱਕਰ ਮਾਰ ਗਿਆ
ਪਰ ਅੰਦਰ ਆਉਂਦਿਆਂ ਚੱਕਦਾ ਸਾਂ। ਮੈਂ ਕਿਹਾ, ਪਤਾ ਨਹੀਂ ਪਾਪਾ ਜੀ ਕੀ ਸੋਚ ਸਨ। ਉਹ ਪਿਆਰੀ ਮਿੱਠੀ ਬੋਲੀ ਪਿੰਡੀ ਦੀ, ਖੁੱਲ੍ਹੀ ਡੁੱਲੀ। ਪਿੰਡੀ ਦਾ ਆਦਮੀ ਇੰਝ ਬੋਲਦਾ ਹੈ ਜਿਵੇਂ ਪੰਜਾਬੀ ਜ਼ੁਬਾਨ ਦਾ ਇੱਕ ਇੱਕ ਲਫ਼ਜ਼ ਉਸਨੇ ਧੋ ਕੇ ਤੈਅ ਕਰਕੇ ਆਪਣੇ ਹਿਰਦੇ ਵਿੱਚ ਬਿਠਾ ਰੱਖਿਆ ਹੋਵੇ। ਉਸਨੂੰ ਉਹ ਬੜੇ ਸੁਥਰੇ ਅਤੇ ਮਿੱਠੇ ਢੰਗ ਨਾਲ ਮੂੰਹੋਂ ਕੱਢਦਾ ਹੈ ਅਤੇ ਸੁਣਨ ਵਾਲੇ ਨੂੰ ਇਸ ਮਿੱਠੀ ਬੋਲਚਾਲ ਦੇ ਪਿੱਛੇ ਇੱਕ ਸ਼ੀਸ਼ੇ ਵਾਂਗ ਚਮਕਦੀ ਹੋਈ ਸ਼ਖਸੀਅਤ ਦਿਖਾਈ ਦੇਣ ਲੱਗ ਪੈਂਦੀ ਹੈ। ਤੂੰ ਪਿੰਡੀ ਦਾ ਏ? ਜੀ ਹਾਂ। ਪੁਰਾਣੇ ਕਿਲੇ ਸਾਡਾ ਆਪਣਾ ਮਕਾਨ ਹੁੰਦਾ ਸੀ। ਮੇਰੇ ਪਿਤਾ ਜੀ ਮੋਟਰ ਦਾ ਕੰਮ ਕਰਦੇ ਨੇ। ਅੱਜ ਕੱਲ੍ਹ ਦੇਹਰਾਦੂਨ ਰਹਿੰਦੇ ਨੇ। ਮੇਰੇ ਚਾਚਾ ਜੀ ਜੋਗੀਨਾਥ ਹੋਰੀ ਪਿੰਡੀ ਵਿੱਚ ਕਾਂਗਰਸ ਦੇ ਬੜੇ ਵੱਡੇ ਵਰਕਰ ਹੁੰਦੇ ਸਨ। ਜੋਗੀਨਾਥ? ਮੇਰੇ ਕਾਲਜੇ ਨੂੰ ਇੱਕ ਧੱਕਾ ਜਿਹਾ ਵੱਜਿਆ। ਕੀ ਇਹ ਕੰਗਾਲ ਬਦਹਾਲ ਮੁੰਡਾ ਮੇਰੇ ਪਰਮ ਮਿੱਤਰ ਜੋਗੀਨਾਥ ਦਾ ਭਤੀਜਾ ਹੈ? ਮੇਰੇ ਸਵੈ ਸੰਜਮ ਦੀ ਦੀਵਾਰ ਮੈਨੂੰ ਇੰਝ ਜਾਪਿਆ ਮੁੰਡੇ ਨੇ ਇੱਕ ਮੁੱਕਾ ਮਾਰ ਕੇ ਤੋੜ ਦਿੱਤੀ ਹੈ। ਮੈਂ ਉਸਦੇ ਮੋਢਿਆਂ 'ਤੇ ਹੱਥ ਰੱਖਿਆ ਅਤੇ ਉਸਨੂੰ ਅੰਦਰ ਬੈਠਕ ਵਿੱਚ ਲਿਆ ਕੇ ਸੋਫੇ 'ਤੇ ਬਿਠਾ ਦਿੱਤਾ। ਕਿੱਥੇ ਨੇ ਜੋਗੀਨਾਥ ਹੋਰੀ ਅੱਜ ਕੱਲ੍ਹ? ਦਿੱਲੀ ਵਿੱਚ ਜੀ। ਉਹਨਾਂ ਦਾ ਤਾਂ ਕਾਂਗਰਸ ਵਿੱਚ ਬੜਾ ਰਸੂਖ ਸੀ। ਉਹ ਤੇਰੇ ਵਾਸਤੇ ਕੁਝ ਨਹੀਂ ਕਰ ਸਕਦੇ? ਉਹਨਾਂ ਦੀ ਤਬੀਅਤ ਦਾ ਤਾਂ ਤੁਹਾਨੂੰ ਪਤਾ ਹੀ ਹੈ ਜੀ, ਮੁੰਡੇ ਨੇ ਹੱਸ ਕੇ ਕਿਹਾ। ਮਰੋਲੀ ਵਿੱਚ ਇੱਕ ਨਿੱਕਾ ਜਿਹਾ 2 ਮੰਜ਼ਲਾ ਮਕਾਨ ਲਿਆ ਹੋਇਆ ਏ। ਉੱਪਰ ਰਹਿੰਦੇ ਨੇ ਅਤੇ ਥਲਵੀਂ ਮੰਜ਼ਲ 'ਤੇ ਦਵਾਖਾਨਾ ਉਹਨਾਂ ਨੇ ਖੋਲ੍ਹਿਆ ਹੋਇਆ ਏ। ਕਿਸੇ ਕੋਲੋਂ ਪੈਸੇ ਨਹੀਂ ਮੰਗਦੇ। ਇੱਕ ਸੰਦੂਕੜੀ ਜਿਹੀ ਰੱਖੀ ਹੋਈ ਏ। ਉਸ ਵਿੱਚ ਕਿਸੇ ਦੀ ਮਰਜ਼ੀ ਹੋਵੇ ਅਤੇ ਕੁਝ ਪਾ ਜਾਏ। ਇੱਕ ਵਾਰੀ ਇੱਕ ਜਨਾਨੀ ਨੇ ਫਰਿਆਦ ਕੀਤੀ ਕਿ ਇੱਕ ਮਕਾਨ ਜਿਹੜਾ ਉਸਨੂੰ ਅਲਾਟ ਹੋ ਚੁੱਕਾ ਸੀ, ਸਰਕਾਰੀ ਅਫਸਰ ਨੇ ਪੈਸੇ ਖਾ ਕੇ ਕਿਸੇ ਹੋਰ ਦੇ ਨਾਮ ਕਰਵਾ ਦਿੱਤਾ। ਜੋਗੀਨਾਥ ਜੀ ਨੇ ਜਾ ਕੇ ਪਤਾ ਕੀਤਾ, ਗੱਲ ਸੱਚੀ ਸੀ। ਉਹ ਸਿੱਧੇ ਜਵਾਹਰ ਲਾਲ ਨਹਿਰੂ ਦੇ ਬੰਗਲੇ ਉੱਪਰ ਗਏ ਅਤੇ ਪੰਡਤ ਹੋਰਾਂ ਨੂੰ ਕਹਿਣ ਲੱਗੇ, ਇਸ ਜਨਾਨੀ ਨਾਲ ਇਨਸਾਫ ਹੋਣਾ ਚਾਹੀਦਾ ਹੈ। ਨਹਿਰੂ ਨੇ ਪਤਾ ਕੀਤਾ। ਉਸ ਅਫਸਰ ਨੇ ਬੜੀਆਂ ਮਾਫੀਆਂ ਮੰਗੀਆਂ, ਪਰ ਅਲਾਟਮੈਂਟ ਉਹ ਕਰ ਚੁੱਕਿਆ ਸੀ। ਉਸ ਨੂੰ ਦਿੱਲੀੋਂ ਤਬਦੀਲ ਕਰਕੇ ਕਿਧਰੇ ਹੋਰ ਭੇਜ ਦਿੱਤਾ ਗਿਆ ਅਤੇ ਫਿਰ ਨਵੇਂ ਸਿਰੇ ਤੋਂ ਅਲਾਟਮੈਂਟ ਕੀਤੀ ਗਈ ਅਤੇ ਮਕਾਨ ਉਸ ਔਰਤ ਨੂੰ ਮਿਲ ਗਿਆ। ਪਰ ਆਪਣੇ ਘਰ ਵਾਲਿਆਂ ਦਾ ਤਾਂ ਉਹਨਾਂ ਕਲੇਮ ਵੀ ਦਾਖਲ ਨਹੀਂ ਕਰਵਾਇਆ। ਤੂੰ ਇੱਥੇ ਬੰਬਈ ਕਿਸ ਤਰ੍ਹਾਂ ਆਇਆ ਏ? ਮੈਂ ਹਾਲਾਂ ਵੀ ਉਸਨੂੰ ਨਹੀਂ ਦੱਸਿਆ ਕਿ ਜੋਗੀ ਹੋਰੀ ਮੇਰੇ ਵੀ ਬੜੇ ਪਿਆਰੇ ਦੋਸਤ ਨੇ। ਨਹਿਰੂ ਦਾ ਬੰਗਲਾ ਵੱਡਾ ਹੈ। ਮੇਰੀ ਇਤਨੀ ਤੌਫੀਕ ਨਹੀਂ ਕਿ ਮੁੰਡੇ ਨੂੰ ਆਪਣੇ ਘਰ ਠਹਿਰਾ ਲਵਾਂ। ਮੈਂ ਆਪਣੇ ਦਿਲ ਦੀਆਂ ਦੀਵਾਰਾਂ ਸਲਾਮਤ ਰੱਖਣਾ ਚਾਹੁੰਦਾ ਸਾਂ। ਮੈਂ ਜਿਤਨੀ ਮਦਦ ਆਸਾਨੀ ਨਾਲ ਕਰ ਸਕਾਂਗਾ ਕਰਾਂਗਾ। ਜਜ਼ਬਾਤੀਪਨ ਵਿੱਚ ਮੈਂ ਨਹੀਂ ਆਉਣਾ। ਜ਼ਾਤੀ ਤੌਰ 'ਤੇ ਨਹਿਰੂ ਨੇ ਇੱਕ ਇਸ ਔਰਤ ਦੀ ਹੀ ਮਦਦ ਨਹੀਂ ਕੀਤੀ, ਉਸਨੇ ਹਜ਼ਾਰਾਂ ਦੀ ਮਦਦ ਕੀਤੀ ਹੋਵੇਗੀ। ਨਹਿਰੂ ਸੱਚਮੁੱਚ ਬਹੁਤ ਉੱਚੇ ਆਦਰਸ਼ਾਂ ਵਾਲਾ ਆਦਮੀ ਹੈ। ਮਨੁੱਖਤਾ ਲਈ ਪ੍ਰੇਮ ਅਤੇ ਦਰਦ ਰੱਖਣ ਵਾਲਾ ਆਦਮੀ ਹੈ। ਪਰ ਫਿਰ ਵੀ ਉਹਨਾਂ ਆਪਣੇ ਆਪ ਨੂੰ ਇੱਕ ਮਜ਼ਬੂਤ ਕਿਲੇ ਵਿੱਚ ਬੰਦ ਕੀਤਾ ਹੋਇਆ ਹੈ, ਕਿਉਂਕਿ ਉਸਨੂੰ ਵੀ ਮਾਲੂਮ ਹੀ ਹੋਵੇਗਾ ਕਿ 40 ਕਰੋੜ ਇਨਸਾਨਾਂ ਦੇ ਭੁੱਖ ਨੰਗ ਅਤੇ ਉਹਨਾਂ ਨਾਲ ਹੋ ਰਹੀਆਂ ਬੇਇਨਸਾਫੀਆਂ ਦਾ ਇਲਾਜ ਉਹ ਇਕੱਲਿਆਂ ਨਹੀਂ ਕਰ ਸਕਦਾ। ਜ਼ਰੂਰਤ ਨਿਜ਼ਾਮ ਨੂੰ ਬਦਲਣ ਦੀ ਹੈ। ਜ਼ਰੂਰਤ ਗਰੀਬ ਅਤੇ ਅਮੀਰ ਦੇ ਭੇਦ ਨੂੰ ਖਤਮ ਕਰਨ ਦੀ ਹੈ। ਮੁੰਡਾ ਕਹਿ ਰਿਹਾ ਸੀ, ਮੇਰਾ ਇੱਕ ਚਾਚਾ ਐਬਟਾਬਾਦ ਫਸਾਦਾਂ ਵਿੱਚ ਕਤਲ ਹੋ ਗਿਆ ਸੀ। ਉਸ ਦਾ ਸਾਰਾ ਟੱਬਰ ਵੀ ਸਾਡੇ ਕੋਲ ਹੀ ਰਹਿੰਦਾ ਏ, ਦੇਹਰਾਦੂਨ। ਪਿਤਾ ਜੀ ਹੁਣ ਟੈਕਸੀ ਚਲਾਉਂਦੇ ਨੇ। ਉਸ ਪਾਸੇ ਬੜੀ ਬੇਰੁਜ਼ਗਾਰੀ ਏ ਪਾਪਾ ਜੀ। ਤੁਹਾਨੂੰ ਕਹਿ ਦੱਸਾਂ, ਮੈਂ ਇੱਕ ਮੋਟਰਸਾਈਕਲਾਂ ਵਾਲੇ ਦੀ ਦੁਕਾਨ 'ਤੇ 6 ਮਹੀਨੇ ਕੰਮ ਕਰਦਾ ਰਿਹਾ, ਪਰ ਉਸ ਮੈਨੂੰ ਇੱਕ ਕੌਡੀ ਨਾ ਦਿੱਤੀ। ਮੈਂ ਆਪਣੇ ਪਿਤਾ ਜੀ ਦੇ ਸਿਰ 'ਤੇ ਬੋਝ ਬਣਿਆ ਹੋਇਆ ਸਾਂ। ਇੱਥੇ ਆ ਕੇ ਮੈਂ ਪੇਪਰਾਮੈਂਟਾਂ ਵੇਚਣੀਆਂ ਸ਼ੁਰੂ ਕੀਤੀਆਂ, ਪਰ ਪੁਲਿਸ ਵਾਲੇ ਹਰ ਚੌਥੇ ਪੰਜਵੇਂ ਦਿਨ ਫੜ ਲੈਂਦੇ ਸਨ। ਇਹ ਬੜੇ ਭੈੜੇ ਲੋਕ ਨੇ ਪਾਪਾ ਜੀ। ਰਿਸ਼ਵਤ ਵੀ ਲੈਂਦੇ ਨੇ ਅਤੇ ਫਿਰ ਵੀ ਖਹਿੜਾ ਨਹੀਂ ਛੱਡਦੇ। 4-5 ਵਾਰੀ 5-5 ਰੁਪਏ ਜੁਰਮਾਨਾ ਹੋਇਆ। ਇੱਕ ਵਾਰੀ ਜੁਰਮਾਨਾ ਦੇਣ ਜੋਗੇ ਪੈਸੇ ਨਹੀਂ ਸਨ ਮੇਰੇ ਕੋਲ। ਮੈਜਿਸਟਰੇਟ ਨੇ ਮੈਨੂੰ ਜੇਲ੍ਹ ਭੇਜ ਦਿੱਤਾ। 7 ਦਿਨ ਬੋਰਲੀ ਜੇਲ੍ਹ ਵਿੱਚ ਕੱਟ ਆਇਆ।
ਐਮਪਲੋਇਮੈਂਟ ਐਕਸਚੇਂਜ ਵਿੱਚ ਵੀ ਨਾਂ ਲਿਖਵਾਇਆ ਹੋਇਆ ਏ। ਫਾਊਂਟੇਨ ਪੈਨਾਂ ਦਾ ਕੰਮ ਮੇਰਾ ਚੰਗਾ ਤੁਰ ਪਿਆ ਸੀ, ਪਰ ਜੇਬ ਕਤਰੀ ਗਈ। ਸੜਕ 'ਤੇ ਲੜਾਈ ਜਿਹੀ ਪਈ ਹੁੰਦੀ ਸੀ ਮੁਟੰਗੇ ਕੋਲ। ਮੈਂ ਖਲੋ ਕੇ ਵੇਖਣ ਲੱਗ ਪਿਆ। ਬਸ ਪਾਪਾ ਜੀ, 3 ਰੁਪਏ ਤੁਸੀਂ ਵਾਪਸ ਲੈ ਲਓ। 1 ਰੁਪਇਆ ਮੈਨੂੰ ਕਾਫੀ ਏ। ਜਾਂਦੀ ਵਾਰੀ ਪੈਦਲ ਨਾ ਜਾਸਾਂ, ਬੱਸ 'ਤੇ ਚਲਾ ਜਾਸਾਂ। ਰੋਟੀ ਮੈਨੂੰ ਪੰਡਤ ਖਵਾ ਦਿੰਦਾ ਹੈ। ਸਹੁੰ ਪਰਮਾਤਮਾ ਦੀ, ਮੈਂ ਤੁਹਾਡੇ ਕੋਲੋਂ ਪੈਸੇ ਮੰਗਣ ਨਹੀਂ ਆਇਆ। ਮੈਨੂੰ ਕਿਧਰੇ ਕੋਈ ਕੰਮ ਲੈ ਦਿਓ। ਉਫ, ਇਹ ਮੁੰਡਾ ਮੈਨੂੰ ਕਿਤਨਾ ਚੰਗਾ ਲੱਗਣ ਲੱਗ ਪਿਆ ਹੈ। ਮੇਰਾ ਦਿਲ ਕਰਦਾ ਹੈ ਇਸ ਨੂੰ ਜੱਫੀ ਮਾਰ ਲਵਾਂ, ਇਸ ਨੂੰ ਇੱਥੋਂ ਜਾਣ ਹੀ ਨਾ ਦਿਆਂ। ਮੈਂ ਕਿਤਨੀ ਦੇਰ ਦਿਲ ਨੂੰ ਪੱਥਰ ਬਣਾਈ ਰੱਖਾਂਗਾ, ਕਿਤਨੀ ਦੇਰ ਸਵੈ ਸੰਜਮ ਦੇ ਕਿਲੇ ਦੀ ਹਿਫਾਜ਼ਤ ਕਰ ਸਕਾਂਗਾ। ਦੇਖੋ ਬੇਟੇ, ਮੈਂ ਕਿਹਾ, ਮੈਂ ਤੁਹਾਨੂੰ 50 ਰੁਪਏ ਦੇਣਾ ਵਾਂ। ਤੂੰ ਆਪਣਾ ਫਾਊਂਟੇਨ ਪੈਨਾਂ ਦਾ ਕੰਮ ਫਿਰ ਸ਼ੁਰੂ ਕਰ ਦੇ। ਨਹੀਂ ਪਾਪਾ ਜੀ, ਉਹਨੇ ਲਾਪਰਵਾਹੀ ਜਿਹੀ ਨਾਲ ਜਵਾਬ ਦਿੱਤਾ, ਜਿਵੇਂ 50 ਰੁਪਏ ਉਸ ਦੀਆਂ ਨਜ਼ਰਾਂ ਵਿੱਚ ਕੋਈ ਚੀਜ਼ ਹੀ ਨਾ ਹੋਣ। ਮੈਂ ਪੁਲਿਸ ਕੋਲੋਂ ਬੜਾ ਤੰਗ ਆ ਗਿਆ। ਨਾਲੇ ਹੁਣ ਬਾਰਿਸ਼ਾਂ ਸ਼ੁਰੂ ਹੋ ਗਈਆਂ ਨੇ। ਇਸ ਮੌਸਮ ਵਿੱਚ ਸੜਕਾਂ 'ਤੇ ਫਿਰ ਫਰਾ ਕੇ ਚੀਜ਼ਾਂ ਵੇਚਣਾ ਬੜੀ ਔਖੀ ਗੱਲ ਹੈ। ਤੁਸੀਂ ਕੋਸ਼ਿਸ਼ ਕਰੋ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਕੋਈ ਛੋਟੀ ਮੋਟੀ ਨੌਕਰੀ ਦਵਾ ਦਿਓ। ਮੇਰਾ ਵੱਡਾ ਭਰਾ ਮੈਟ੍ਰਿਕ ਪਾਸ ਕਰਕੇ 4 ਸਾਲ ਬੇਕਾਰ ਰਿਹਾ, ਪਰ ਹੁਣ ਉਸ ਨੂੰ ਲਾਲਾ ਈਸ਼ਵਰ ਦਾਸ ਦੀ ਨਵੀਂ ਮਿੱਲ ਵਿੱਚ ਕਲਰਕੀ ਮਿਲ ਗਈ ਹੈ। ਉਹ ਬੜਾ ਸੁਖੀ ਹੋ ਗਿਆ ਹੈ। ਮੈਂ ਸੋਚ ਵਿੱਚ ਪੈ ਗਿਆ। ਦਿਲ ਵਿੱਚ ਆਪਣੇ ਦੋਸਤਾਂ ਦੇ ਨਾਮ ਗਿਣਨ ਲੱਗ ਪਿਆ, ਜਿਹੜੇ ਸ਼ਾਇਦ ਆਪਣੀ ਦੁਕਾਨ 'ਤੇ, ਆਪਣੀ ਫੈਕਟਰੀ ਵਿੱਚ ਜਾਂ ਆਪਣੇ ਸਟੂਡੀਓ ਵਿੱਚ ਇਸ ਨੂੰ ਕੋਈ ਕੰਮ ਦੇ ਸਕਣ। ਚੰਗਾ, ਤੂੰ ਕੱਲ੍ਹ ਸਵੇਰੇ 9 ਵਜੇ ਮੇਰੇ ਘਰ ਆ ਜਾਈਂ। ਮੈਂ ਤੈਨੂੰ ਆਪਣੇ ਨਾਲ ਮੋਟਰ 'ਤੇ ਬਿਠਾ ਕੇ 2-4 ਥਾਵਾਂ 'ਤੇ ਲੈ ਜਾਵਾਂਗਾ। ਤੂੰ ਫਿਕਰ ਨਾ ਕਰ, ਮੈਂ ਤੇਰੀ ਮਦਦ ਕਰਾਂਗਾ। ਕੁਝ ਨਾ ਕੁਝ ਹੋ ਹੀ ਜਾਵੇਗਾ। ਅੱਛਾ ਪਾਪਾ ਜੀ, ਮੈਂ ਕੱਲ੍ਹ ਸਵੇਰੇ ਆ ਜਾਸਾਂ। ਇਹ ਕਹਿ ਕੇ ਉਸਨੇ ਰੁਪਏ ਦਾ 1 ਨੋਟ ਆਪਣੇ ਖੱਬੇ ਹੱਥ ਵਿੱਚ ਫੜ ਲਿਆ ਅਤੇ ਬਾਕੀ 3 ਨੋਟ ਮੇਰੇ ਪੈਰਾਂ ਵਿੱਚ ਸੁੱਟ ਦਿੱਤੇ ਅਤੇ ਜਲਦੀ ਨਾਲ ਬਾਹਰ ਨੱਠ ਗਿਆ। ਮੈਂ ਦਰਵਾਜ਼ੇ ਕੋਲ ਆ ਕੇ ਉਸਨੂੰ ਜਾਂਦਿਆਂ ਵੇਖਣ ਲੱਗ ਪਿਆ। ਉਸ ਖੁਦਦਾਰ ਕਿਸਮਤ ਦੇ ਮਾਰੇ ਹੋਏ ਪਿਆਰੇ ਪਿੰਡੀ ਦੇ ਮੁੰਡੇ ਨੂੰ, ਮੇਰੇ ਪਰਮ ਮਿੱਤਰ ਯੋਗੀਨਾਥ ਦੇ ਕੰਗਾਲ ਭਤੀਜੇ ਨੂੰ। ਯੋਗੀਨਾਥ, ਜਿਸ ਨੇ ਸਾਰੀ ਉਮਰ ਨਿਰਸਵਾਰਥ ਹੋ ਕੇ ਕਾਂਗਰਸ ਦੀ ਸੇਵਾ ਕੀਤੀ, ਆਜ਼ਾਦੀ ਲਈ ਲੜਨ ਦੇ ਜੁਰਮ ਵਿੱਚ ਅੰਗਰੇਜ਼ਾਂ ਦੀਆਂ ਜੇਲ੍ਹਾਂ ਕੱਟੀਆਂ, ਅੱਜ ਉਸ ਦਾ ਅਜ਼ੀਜ਼ ਪੁਲਿਸ ਨੂੰ ਰਿਸ਼ਵਤ ਨਾ ਦੇ ਸਕਣ ਦੇ ਜੁਰਮ ਵਿੱਚ ਕਾਂਗਰਸ ਹਕੂਮਤ ਦੀਆਂ ਜੇਲ੍ਹਾਂ ਕੱਟਦਾ ਹੈ। ਮੈਂ ਇਹ ਫਰਿਆਦ ਕਿਸ ਕੋਲ ਲੈ ਕੇ ਜਾਵਾਂ? ਅਖੀਰ ਮੇਰਾ ਦਿਲ ਪੰਘਰ ਹੀ ਪਿਆ ਅਤੇ ਮੇਰੀਆਂ ਅੱਖਾਂ ਵਿੱਚੋਂ ਟੱਪ-ਟੱਪ ਅੱਥਰੂ ਡਿੱਗਣ ਲੱਗ ਪਏ, ਬਿਲਕੁਲ ਉਹੋ ਜਿਹੇ ਜਿਹੜੇ ਪਹਿਲੀ ਨਜ਼ਰ ਪੈਂਦਿਆਂ ਮੈਂ ਮੁੰਡੇ ਦੀਆਂ ਅੱਖਾਂ ਵਿੱਚੋਂ ਡਿੱਗਦੇ ਵੇਖੇ ਸਨ। ਇਹ ਸੀ ਉਸ ਮੁੰਡੇ ਦੀ ਕਹਾਣੀ। ਅਗਲੀ ਰਚਨਾ ਨਾਲ ਫਿਰ ਮਿਲਦੇ ਹਾਂ।